ਬੂਟਾ ਸਿੰਘ ਸ਼ਾਦ ਦਾ ਨਾਵਲ ਸਿੱਖ। ਇਹ ਸ਼ੋਭਾ ਨਹੀਂ ਦੇਗਾ। ਦੁਨੀਆ ਕੀ ਕਹੇਗੀ? ਛੱਡ ਕੇ ਜਾਵੇਂਗਾ ਤਾਂ ਅੱਗੇ ਦੁਨੀਆ ਕੀ ਕਹੇਗੀ? ਕੁਝ ਵੀ ਕਹਿ ਦਿਆਂਗੇ ਤਾਂ ਕੀ ਛੱਡ ਕੇ ਜਾਣਾ ਸੋਚ ਲਿਆ? ਹੋਰ ਕੋਈ ਚਾਰਾ ਵੀ ਤਾਂ ਨਹੀਂ। ਮੈਂ ਇਸ ਤਰ੍ਹਾਂ ਨਹੀਂ ਕਰਨਾ। ਜ਼ਿੱਦ ਨਾ ਕਰ। ਬਾਪੂ ਜੀ ਹੁਣ ਓਪਰੇ ਨਹੀਂ। ਸ਼ਾਇਦ ਕੱਲ੍ਹ ਨੂੰ ਇਹਦਾ ਮਨ ਬਦਲ ਜਾਏ ਤੇ ਖੁਦ ਹੀ ਚਲੀ ਆਏ। ਇਹ ਉਮਰ ਜਿੱਥੇ ਜ਼ਿੱਦੀ ਹੁੰਦੀ ਹੈ ਉੱਥੇ ਕਮਜ਼ੋਰ ਵੀ ਬਹੁਤ ਹੁੰਦੀ ਹੈ। ਬਦਲਦਿਆਂ ਦੇਰ ਨਹੀਂ ਲੱਗਦੀ। ਤੁਹਾਨੂੰ ਲੱਗਦਾ? ਮਾਂ ਨੇ ਮੂੰਹ ਚੜਾਇਆ। ਹੋਰ ਕੋਈ ਚਾਰਾ ਨਹੀਂ। ਚੱਲ ਸਮਾਨ ਬੰਨ੍ਹ ਤੁਰੀਏ। ਗੱਡੀ ਦਾ ਸਮਾਂ ਹੋਣ ਹੀ ਵਾਲਾ ਹੈ। ਹੁਣ ਹੋਰ ਬਹੁਤਾ ਕਲੇਸ਼ ਕਰਨ ਦਾ ਕੋਈ ਫਾਇਦਾ ਨਹੀਂ। ਚੱਲ ਉੱਠ। ਮੰਮੀ ਨਾ ਨੁੱਕਰ ਕਰਦੀ ਰਹੀ। ਉੱਠ ਕੇ ਸੂਟਕੇਸ ਤਿਆਰ ਕਰਨ ਲੱਗ ਪਈ। ਬਾਪੂ ਜੀ ਆਪਣੀ ਲਾਡਲੀ ਤਾਂ ਮੰਨਦੀ ਨਹੀਂ। ਅਸੀਂ ਚੱਲਦੇ ਹਾਂ। ਤੁਹਾਨੂੰ ਤਕਲੀਫ ਦੇ ਰਹੇ ਹਾਂ। ਇਹ ਸ਼ਬਦ ਬੋਲ ਕੇ ਤਕਲੀਫ ਦੇ ਰਹੇ ਹੋ। ਖੈਰ ਹੁਣ ਤੁਸੀਂ ਵੀ ਬਹੁਤੀ ਜ਼ਿੱਦ ਨਾ ਕਰੋ। ਸ਼ਾਇਦ ਉਹਦੇ ਮਨ 'ਚ ਆਪੀ ਤਬਦੀਲੀ ਆ ਜਾਏ। ਤੁਸੀਂ ਇਹਦਾ ਸਭ ਕੁਝ ਹੋ। ਗੁਰੂ ਭਲੀ ਕਰੇਗਾ। ਚਿੰਤਾ ਨਾ ਕਰੋ। ਇਹ ਉਹਦਾ ਆਪਣਾ ਘਰ ਹੈ। ਸੰਤੋਖ ਸਿੰਘ ਨੇ ਉਹਨਾਂ ਨੂੰ ਆਟੋ 'ਚ ਬਹਾ ਦਿੱਤਾ। ਨਾਸਿਕ ਰੋਡ ਦਾ ਰੇਲਵੇ ਸਟੇਸ਼ਨ ਤਕਰੀਬਨ 4 ਕਿਲੋਮੀਟਰ ਦੂਰ ਸੀ। ਸਤਵੰਤ ਕਮਰੇ 'ਚੋਂ ਬਾਹਰ ਵੀ ਨਹੀਂ ਆਈ ਸੀ। ਧੰਨਵਾਦ। ਅਗਲਾ ਅੰਗ 5ਵਾਂ। ਗੁਰਮੁਖ ਸਿੰਘ ਆਪਣੇ ਆਨੰਦ ਵਿੱਚ ਸੀ, ਰੰਗ ਵਿੱਚ ਸੀ। ਕੱਚੇ ਕੈਦੀ ਉਹਦੇ ਕੋਲ ਹੋ ਬਹਿੰਦੇ ਸਨ। ਉਹ ਸਭ ਨੂੰ ਸਾਖੀਆਂ ਸੁਣਾਉਂਦਾ ਸੀ, ਗੁਰੂ ਦੇ ਕਾਰਨਾਮੇ ਸੁਣਾਉਂਦਾ ਸੀ ਤੇ ਜਾਂ ਫਿਰ ਚੌਂਕੜੀ ਮਾਰ ਕੇ ਕਈ ਘੰਟੇ ਭਜਨ ਕਰਦਾ ਸੀ। ਇਸ ਤਰ੍ਹਾਂ ਅਡੋਲ ਚਿੱਤ ਬੈਠਦਾ ਸੀ ਜਿਵੇਂ ਉਹਦੀ ਸੁਰਤੀ ਦਸਮ ਦੁਆਰ ਪਹੁੰਚ ਜਾਂਦੀ ਸੀ। ਸਾਹਮਣੇ ਤਾਂ ਹੱਡ ਮਾਸ ਦਾ ਪੁਤਲਾ ਸਰੀਰ ਹੀ ਨਜ਼ਰ ਆਉਂਦਾ ਸੀ। ਉਹਦੀਆਂ ਲੱਤਾਂ ਬਾਹਾਂ ਉੱਪਰ ਕੀੜੀਆਂ ਆਦਿ ਚੜ੍ਹ ਜਾਂਦੀਆਂ ਸਨ, ਪਰ ਉਹਨੂੰ ਪਤਾ ਤੱਕ ਨਹੀਂ ਲੱਗਦਾ ਸੀ। ਗੁਰਮੁਖ ਸਿੰਘ ਕਈ ਘੰਟੇ ਚੁੱਪ ਵੀ ਰਹਿੰਦਾ ਸੀ ਜਾਂ ਫਿਰ ਬੱਚਿਆਂ ਵਾਂਗ ਖੁਸ਼ ਸ਼ਰਾਰਤਾਂ ਕਰਦਾ ਰਹਿੰਦਾ। ਬਾਬਾ ਜੀ ਫੇਰ ਮਲੇਸ਼ਾਂ ਦੀ ਧੁਰ ਦੀ ਟਿਕਟ ਕਿਵੇਂ ਕੱਟੀ? ਇੱਕ ਕੈਦੀ ਨੇ ਪੁੱਛਿਆ। ਫੌਜਾਂ ਨੂੰ ਗੁਰੂਆਂ ਦਾ ਹੁਕਮ ਹੋ ਗਿਆ। ਅਸੀਂ ਮਲੇਸ਼ ਸੋਧ ਧਰੇ। ਦੇਖੋ ਗਊ ਨੂੰ ਮੁਸ਼ਕਾਂ ਦੇ ਕੇ ਲਈ ਜਾਂਦੇ ਸੀ। ਕਿੰਨੇ ਨਿਰਦਈ ਸੀ। ਬੁੱਚੜਾਂ ਤੋਂ ਘੱਟ ਨਹੀਂ ਸੀ ਤੇ ਬੁੱਚੜਾਂ ਨੂੰ ਸੋਧਣਾ ਤੇ ਫੌਜਾਂ ਨੂੰ ਗੁਰੂਆਂ ਦਾ ਹੁਕਮ ਹੋਇਆ ਨਾ। ਸ੍ਰੀ ਸਾਹਿਬ ਅੱਗੇ ਬੁੱਚੜ ਕਿਵੇਂ ਅਟਕ ਸਕਦੇ ਸੀ? ਸ੍ਰੀ ਸਾਹਿਬ ਮਤਲਬ ਤਲਵਾਰ। ਸ੍ਰੀ ਸਾਹਿਬ ਅੱਗੇ ਬੁੱਚੜ ਕਿਵੇਂ ਅਟਕ ਸਕਦੇ ਸਨ? ਪਤਾ ਹੀ ਨਹੀਂ ਲੱਗਿਆ। ਕਦੋਂ ਮਿੱਟੀ ਦਾ ਢੇਰ ਬਣ ਗਏ। ਉਸ ਸਮੇਂ ਫੌਜਾਂ ਸਾਹਮਣੇ ਮਲੇਸ਼ੀਆਂ ਦੀ ਪੂਰੀ ਫੌਜ ਵੀ ਹੁੰਦੀ ਤਾਂ ਸੋਧੀ ਜਾਣੀ ਸੀ। ਗੁਰਮੁਖਾ, ਸ੍ਰੀ ਸਾਹਿਬ ਮੈਂ ਥੋੜ੍ਹਾ ਹੀ ਚਲਾ ਰਿਹਾ ਸੀ, ਖੁਦ ਗੁਰੂ ਮਹਾਰਾਜ ਚਲਾ ਰਹੇ ਸੀ। ਤੇ ਗੁਰੂ ਮਹਾਰਾਜ ਅੱਗੇ ਇੱਕ ਹੋਵੇ ਜਾਂ ਅਨੇਕ ਕਿੰਨੀ ਦੇਰ ਅਟਕ ਸਕਦਾ? ਬਾਬਿਓ, ਉਹਨਾਂ ਨੇ ਚੀਕਾਂ ਵੀ ਮਾਰੀਆਂ। ਇੰਨਾ ਸਮਾਂ ਹੀ ਨਹੀਂ ਲੱਗਿਆ। ਗਾਜਰ ਮੂਲੀ ਵਾਂਗ ਕੱਟੇ ਗਏ। ਤੜਫੇ ਵੀ ਨਹੀਂ। ਸ੍ਰੀ ਸਾਹਿਬ ਨੇ ਕੁਤਰਾ ਕਰ ਦਿੱਤੇ। ਇਹ ਗੁਰੂਆਂ ਦਾ ਹੁਕਮ ਸੀ। ਉਹ ਕੁੜੀ ਕੌਣ ਸੀ? ਬਾਬਿਆਂ ਤੋਂ ਅਜਿਹੀਆਂ ਗੱਲਾਂ ਨਹੀਂ ਪੁੱਛੀ ਦੀਆਂ ਸਿੰਘਾ। ਗੁਰਮੁਖ ਸਿੰਘ ਸ਼ਾਇਦ ਬੁਰਾ ਮੰਨ ਗਿਆ ਸੀ ਤੇ ਉੱਠ ਕੇ ਚਲਾ ਗਿਆ। ਨੈਕਸਟ। ਅੱਜ ਗੁਰਮੁਖ ਸਿੰਘ ਦਾ ਕੇਸ ਸ਼ੁਰੂ ਹੋਣਾ ਸੀ। ਕਚਹਿਰੀ ਭਰੀ ਹੋਈ ਸੀ। ਸਤਵੰਤ ਤੇ ਸੰਤੋਖ ਸਿੰਘ ਪਹੁੰਚੇ ਹੋਏ ਸਨ। ਸਤਵੰਤ ਸਫੈਦ ਸੂਟ 'ਚ ਸਧਾਰਨ ਪਰ ਅਲੌਕਿਕ ਲੱਗ ਰਹੀ ਸੀ। ਲਾਲ ਗੋਦੜੀਆਂ 'ਚ ਦਗਦੇ ਨੇ। ਹੁਸਨ ਨੂੰ ਸੋਨੇ ਦੇ ਗਹਿਣਿਆਂ ਦੀ ਲੋੜ ਨਹੀਂ। ਜਵਾਨੀ ਨੂੰ ਸ਼ਿੰਗਾਰ ਦੀ ਲੋੜ ਨਹੀਂ। ਗਵਈਏ ਨੂੰ ਰਿਆਜ਼ ਦੀ ਲੋੜ ਨਹੀਂ। ਭਲਵਾਨ ਨੂੰ ਵਾਹਵਾ ਦੀ ਲੋੜ ਨਹੀਂ। ਰੱਬ ਨੂੰ ਭਗਤੀ ਦੀ ਲੋੜ ਨਹੀਂ। ਕਸਾਈ ਤਰਸ ਨਹੀਂ ਕਰਦਾ। ਸਮਾਂ ਇੰਤਜ਼ਾਰ ਨਹੀਂ ਕਰਦਾ। ਸੂਰਜ ਨੂੰ ਆਰਾਮ ਦੀ ਲੋੜ ਨਹੀਂ। ਚੰਦ ਨੂੰ ਦਿਨ ਦੀ ਲੋੜ ਨਹੀਂ। ਤਾਰਿਆਂ ਨੂੰ ਤੱਕਣ ਵਾਲਿਆਂ ਦੀ ਲੋੜ ਨਹੀਂ। ਬੁਢਾਪੇ ਨੂੰ ਬਿਮਾਰੀ ਦੀ ਲੋੜ ਨਹੀਂ। ਮੌਤ ਨੂੰ ਸੰਗੀ ਸਾਥੀ ਦੀ ਲੋੜ ਨਹੀਂ। ਜੱਜ ਨੇ ਬਹੁਤ ਸਾਰੇ ਕੱਚੇ ਕੇਸ ਭੁਗਤਾਏ। ਸਾਹਮਣੇ ਗੁਰਮੁਖ ਸਿੰਘ ਬੈਠਾ ਸੀ। ਅੱਜ ਉਹਨੇ ਖੱਟਾ ਦੁਮਾਲਾ ਸਜਾਇਆ ਸੀ ਤੇ ਤਾਰਾ ਧਰੂ ਤਾਰੇ ਵਾਂਗ ਦਗ ਰਿਹਾ ਸੀ। ਤਾਰਾ ਇੱਕ ਤਰ੍ਹਾਂ ਦਾ ਖੰਡਾ ਜਿਹਾ ਹੁੰਦਾ, ਉਹ ਲਮਕ ਰਿਹਾ ਹੁੰਦਾ ਤੇ ਉਹ ਦੁਮਾਲੇ ਦੇ ਮਤਲਬ ਜਿਹੜੀ ਪੱਗ ਗੋਲ ਪੱਗ ਬੰਨੀ ਹੁੰਦੀ ਹੈ ਨਿਹੰਗ ਸਿੰਘਾਂ ਨੇ, ਉਹਦੇ ਉੱਤੇ ਉਹਨਾਂ ਨੇ ਬੜਾ ਸੋਹਣਾ ਸਜਾ ਕੇ ਬੰਨਿਆ ਹੁੰਦਾ। ਮੈਡਲ ਦੀ ਤਰ੍ਹਾਂ ਹੁੰਦਾ ਇਹ। ਉਹਦਾ ਚਿਹਰਾ ਹੋਰ ਵੀ ਤੇਜ਼ ਦਗ ਰਿਹਾ ਸੀ। ਉਹ ਅੱਖਾਂ ਬੰਦ ਕਰਕੇ ਕੰਧ ਨਾਲ ਢੋ ਲਾ ਕੇ ਬੈਠਾ ਸੀ। ਉਹ ਪਾਠ ਕਰਦਾ ਲੱਗਦਾ ਸੀ ਜਾਂ ਕਹੋ ਪਾਠ ਦੇ ਆਨੰਦ ਦੇ ਸਾਗਰਾਂ 'ਚ ਗੋਤੇ ਲਾ ਰਿਹਾ ਸੀ। ਉਹਨੂੰ ਆਰਦੀ ਸੀ ਨਾ ਪਾਰ ਦੀ ਸੁਰਤ ਤੇ ਨਾ ਹੀ ਸੰਸਾਰ ਦੀ ਪਰਵਾਹ। ਸੰਸਾਰ ਉਸ ਲਈ ਕੀ ਸੋਚ ਰਿਹਾ ਸੀ, ਕੀ ਕਰ ਰਿਹਾ ਸੀ, ਉਹਨੂੰ ਖਬਰ ਨਹੀਂ ਸੀ। ਉਹ ਤਾਂ ਆਪਣੇ ਗੁਰੂ ਦੇ ਚਰਨਾਂ ਦੀ ਠੰਡੀ ਠਾਰ ਹਵਾ ਦਾ ਆਨੰਦ ਲੈ ਰਿਹਾ ਸੀ। ਗੁਰਮੁਖ ਸਿੰਘ ਹਾਜ਼ਰ ਉਹਦੀ ਸੱਦ ਆਈ। ਜਿਵੇਂ ਸਭ ਨੇ ਗੱਲਾਂ ਬੰਦ ਕਰ ਦਿੱਤੀਆਂ। ਦੁਨੀਆ ਸੁਸਰੀ ਵਾਂਗ ਸੌਂ ਗਈ। ਸਭ ਦੇ ਸੀਨੇ ਧੜਕਣੇ ਬੰਦ ਹੋ ਗਏ।
ਗੁਰਮੁਖ ਸਿੰਘ ਹੱਥ ਜੋੜ ਕੇ ਖੜਾ ਹੋ ਗਿਆ। ਜੱਜ ਨੇ ਗੁਰਮੁਖ ਸਿੰਘ ਵੱਲ ਤੱਕਿਆ, ਤੱਕਦਾ ਰਿਹਾ ਤੇ ਤੱਕਦਾ ਹੀ ਰਹਿ ਗਿਆ। ਅਵਾਕ ਟਿਕ-ਟਿਕੀ ਬਣ ਕੇ, ਜਿਵੇਂ ਅੱਖਾਂ ਰੁਕ ਗਈਆਂ, ਝਪਕਣਾ ਵੀ ਭੁੱਲ ਗਈਆਂ, ਜਿਵੇਂ ਉਹਦੀ ਨਬਜ਼ ਰੁਕ ਗਈ, ਸਮਾਂ ਰੁਕ ਗਿਆ, ਉਹਦਾ ਦਿਮਾਗ ਰੁਕ ਗਿਆ, ਦਿਲ ਦੀ ਧੜਕਣ ਰੁਕ ਗਈ। ਸਾਰੇ ਲੋਕ ਤੱਕ ਰਹੇ ਸਨ। ਸਿੰਘ ਜੀ, ਸਹੁੰ ਖਾਓਗੇ? ਇੱਕ ਅਦਾਲਤ ਦਾ ਕਾਰਕੁਨ ਇੱਕ ਲਾਲ ਰੰਗ ਦੇ ਕੱਪੜੇ 'ਚ ਲਪੇਟਿਆ ਰੱਬ ਗੁਰਮੁਖ ਸਿੰਘ ਦੇ ਅੱਗੇ ਕਰਕੇ ਬੋਲਿਆ। ਉਹ ਬੁੱਢਾ ਬੰਦਾ ਸੀ। ਸਰੀਰ ਕਮਾਨ ਵਾਂਗ ਵਾਲ ਖਾ ਚੁੱਕਿਆ ਸੀ। ਦਾੜੀ ਪੂਣੀ ਵਾਂਗ ਚਿੱਟੀ ਸੀ ਤੇ ਸਿਰ ਗੰਜਾ, ਜਿਸ ਉੱਪਰ ਅਦਾਲਤ ਦੀ ਰਸਮੀ ਟੋਪੀ ਰੱਖੀ ਹੋਈ ਸੀ। ਛਕ ਲਾਂਗੇ, ਖਾਂਦੀਆਂ ਡੈਣਾ ਨੇ, ਸਿੰਘ ਛਕਦੇ ਨੇ। ਅਦਾਲਤ ਅੰਦਰ ਵਿਰਲਾ ਹਾਸਾ ਮੱਚਿਆ, ਕਿਉਂਕਿ ਸਾਰੇ ਲੋਕ ਨਿਹੰਗ ਸਿੰਘ ਦਾ ਗੜਗੱਜ ਬੋਲਾ ਨਹੀਂ ਸਮਝੇ ਸਨ। ਜਿਵੇਂ ਆਪਾਂ ਕਹਿੰਦੇ ਹਾਂ ਕਿ ਲੰਗਰ ਛਕਿਆ ਜਾਂਦਾ ਹੈ, ਖਾਣਾ ਖਾਧਾ ਜਾਂਦਾ ਹੈ, ਅਤੇ ਲੰਗਰ ਨੂੰ ਆਪਾਂ ਕਦੇ ਵੀ ਖਾਧਾ ਨਹੀਂ ਕਹਿੰਦੇ। ਮੈਂ ਲੰਗਰ ਖਾਧਾ ਨਹੀਂ ਹੁੰਦਾ, ਲੰਗਰ ਛਕਿਆ। ਇਹਦੇ ਨਾਲ ਥੋੜ੍ਹੀ ਪਵਿੱਤਰਤਾ ਆ ਜਾਂਦੀ ਹੈ। ਇਹ ਵੀ ਨਿਹੰਗਾਂ ਦੀ ਹੀ ਬੋਲੀ ਹੈ। ਜੱਜ ਉਸੇ ਮੁਦਰਾ 'ਚ ਤੱਕਦਾ ਜਾ ਰਿਹਾ ਸੀ। ਜੱਜ ਦੀ ਨਿਗਾਹ ਗੁਰਮੁਖ ਸਿੰਘ 'ਤੇ ਜੰਮੀ ਹੋਈ ਸੀ। ਯੋਰ ਆਨਰ, ਕਾਰਵਾਈ ਸ਼ੁਰੂ ਕੀ ਜਾਏ। ਪੀਪੀ ਨੇ ਸ਼ਾਇਦ ਜੱਜ ਦੀ ਸੁਰਤੀ ਮੋੜਨੀ ਚਾਹੀ, ਜਿਹੜੀ ਸ਼ਾਇਦ ਦਸਮ ਦੁਆਰ ਪਹੁੰਚ ਚੁੱਕੀ ਸੀ। ਨਹੀਂ, आज की अदालत कल तक के लिए बर्खास्त की जाती है। ਤੇ ਜੱਜ ਅੰਦਰ ਚਲਾ ਗਿਆ। ਜੱਜ ਲੜਖੜਾਉਂਦਾ ਹੋਇਆ ਜਾ ਰਿਹਾ ਸੀ, ਜਿਵੇਂ ਉਹਨੂੰ ਕੋਈ ਚੱਕਰ ਆ ਰਿਹਾ ਸੀ। ਸੁਰਤੀ ਟਿਕਾਣੇ ਤੋਂ ਹਿੱਲ ਗਈ ਸੀ। ਉਹ ਅੰਦਰ ਕਮਰੇ 'ਚ ਆਰਾਮ ਕੁਰਸੀ 'ਤੇ ਡਿੱਗ ਜਿਹਾ ਪਿਆ ਸੀ। ਉਹਦੀਆਂ ਅੱਖਾਂ ਬੰਦ ਸਨ, ਜਿਵੇਂ ਉਹਨੂੰ ਹੋਸ਼ ਨਹੀਂ ਸੀ ਕਿ ਉਹਦੇ ਕਾਰਕੁਨ ਉਹਦੇ ਇਰਦ ਗਿਰਦ ਚਿੰਤਤ ਝੁਕੇ ਖੜੇ ਸਨ। ਉਹਨਾਂ ਨੇ ਜੱਜ ਦੀ ਆਗਿਆ ਦੇ ਬਗੈਰ ਹੀ ਡਾਕਟਰ ਬੁਲਾ ਲਿਆ ਸੀ। ਡਾਕਟਰ ਨੇ ਨਬਜ਼ ਦੇਖੀ ਸੀ, ਸੀਨੇ 'ਤੇ ਟੂਟੀ ਲਾ ਕੇ ਪਰਖ ਕੀਤੀ ਸੀ। ਸਾਰਾ ਕੁਝ ਠੀਕ ਠਾਕ ਸੀ। ਫਿਰ ਗੜਬੜ ਕੀ ਸੀ? ਜੱਜ ਦੀ ਸੁਰਤੀ ਕਿਉਂ ਚਲੀ ਗਈ ਸੀ? ਬਾਹਰ ਵਕੀਲ ਮੂੰਹ ਜੋੜ ਕੇ ਗੱਲਾਂ ਕਰ ਰਹੇ ਸਨ। ਜਨਤਾ ਗੱਲਾਂ ਕਰ ਰਹੀ ਸੀ, ਪੁਲਿਸ ਗੱਲਾਂ ਕਰ ਰਹੀ ਸੀ। ਸਰ ਹੁਆ ਕਿਆ? ਡਾਕਟਰ ਪੁੱਛ ਰਿਹਾ ਸੀ। ਕੁਝ ਵੀ तो नहीं हुआ, सरकार परेशान सी हो गई। नहीं, सब ठीक है, मैं तो अब ठीक हूँ, चिंता मत करो। अच्छा, मैं घर चलता हूँ। ਜੱਜ ਆਪਣੀ ਕੋਠੀ ਚਲਾ ਗਿਆ। ਉਹ ਬੈੱਡਰੂਮ 'ਚ ਲੇਟ ਗਿਆ, ਇਸ ਤਰ੍ਹਾਂ ਜਿਵੇਂ ਕਿਸੇ ਪਲ ਨੇ ਉਹਦੀ ਸੱਤਿਆ ਚੂਸ ਲਈ ਸੀ। ਉਹਦਾ ਸਰੀਰ ਤਾਕਤਹੀਣ ਹੋ ਗਿਆ ਸੀ, ਜਿਵੇਂ ਉਹਦੇ ਹੱਡ ਪਸਲੀਆਂ ਖੁਰ ਗਏ ਸਨ ਤੇ ਉਹ ਇੱਕ ਰੇਤ ਦਾ ਢੇਰ ਬਣ ਕੇ ਰਹਿ ਗਿਆ ਸੀ, ਜਿਸ ਤੋਂ ਖੜਾ ਨਹੀਂ ਹੋਇਆ ਜਾ ਰਿਹਾ ਸੀ। ਜਿਵੇਂ ਉਹ ਪਾਣੀ 'ਚ ਡੁੱਬਦਾ ਜਾ ਰਿਹਾ ਸੀ, ਜਿਵੇਂ ਉਹ ਆਕਾਸ਼ 'ਚ ਉੱਡਦਾ ਜਾ ਰਿਹਾ ਸੀ, ਜਿਵੇਂ ਉਸ 'ਚੋਂ ਭਾਪ ਬਣ ਕੇ ਉੱਡ ਰਿਹਾ ਸੀ ਤੇ ਉਹ ਰੂਈ ਦਾ ਇੱਕ ਫੰਬਾ ਰਹਿ ਗਿਆ ਸੀ, ਕਾਗਜ਼ ਦਾ ਪਤੰਗ ਰਹਿ ਗਿਆ ਸੀ। दिन लंघ गया, शाम हो गई। DIG साहब आ गए। सुना है सरकार की तबीयत खराब हो गई थी। नहीं, पर कुछ हुआ ज़रूर था। मुझे उस सिंह को देखते ही कुछ होने लगता है, जैसे मैं बहुत बड़ा गुनाहगार हूँ तो मेरा मालिक है। ऐसे लगता है जैसे मैं दोषी हूँ, एक झूठ हूँ और वो सच है, सिर्फ सच। ते सच तो ईश्वर है। तो क्या वो ईश्वर का रूप है? मैं तो संसारी हूँ, झूठ का पुलंदा। झूठ के सिवा मेरे में है क्या? तो फिर गुनाहगार तो सच के सामने बेहोश होने ही वाला है। मेरे हाथ पाँव, मेरा सारा शरीर सुन्न होने लगता है। जज इक्को साई वेदना सुना रहा सी, बच्चियां वांग, मजबूरां वांग, पागलों वांग रो रो के वेदना सुना रहा सी। इसमें तो कोई शक नहीं, वो सच है। सच ईश्वर का रूप होता है। कई बार संसारी लोगों को सच का सामना करना कठिन हो जाता है। मुझे लगा जैसे मेरे सामने कोई अत्यंत तेज़ बिजली चमक रही है, जिसके सामने मैं अंधे की तरह देख रहा हूँ। मुझे कुछ दिखाई नहीं दे रहा, मैं बेहोश होता जा रहा हूँ, मुझे कुछ भी सूझ नहीं रहा। कोई जवाब नहीं। मैं सोचता हूँ मैं फैसला कैसे करूँगा। कोई जवाब नहीं। मुझे लगता है मुझे केस एडिशन सेशन जज को दे देना चाहिए, लेकिन वो कॉम्पिटेंट नहीं है। 4 कत्ल का केस है, वही मुश्किल है। जज चुंझला के बोलिया सी, हिम्मत से काम लो, अपने आप को मजबूत करो। आप भी तो सच की मूर्त हैं, कोई गलत बात आपके बारे में नहीं सुनी। महात्मा बुद्ध जब नगर बधू चंद्रमुखी पास गए थे, उसको ज्ञान देने के लिए कि काम वासना तो जंगल की आग की तरह है, इसको कोई ठंडा नहीं कर सकता, तो जो सच का टकराव था ये भी सच है। वो सिख कातिल है, पर यह भी सच है कि वो सत है। इधर आप भी सत हैं,
और इंसाफ की कुर्सी पर बैठे हैं। आपकी कलम में जिंदगी और मौत है, बड़ी पेचीदा स्थिति। ईश्वर ही सेध देंगे, ज्ञान देंगे, कोई रास्ता दिखाएंगे। पर मैं जो भी हो कल केस की सुनवाई ज़रूर शुरू करूँगा। मेरा दिमाग मजबूत होता जा रहा है, जज ने किया। तारे निखरे ਸਨ। ਜੂਨ ਦਾ ਪਹਿਲਾ ਹਫ਼ਤਾ ਸੀ। ਗਰਮੀ ਜੋਬਨ 'ਤੇ ਸੀ। ਰਾਤ ਸੁੱਤੀ ਸੀ। ਚੁੱਪ ਦਾ ਪਹਿਰਾ ਸੀ। ਸਾਰੀ ਦੀ ਸਾਰੀ ਦੁਨੀਆ ਘੂਕ ਸੁੱਤੀ ਲੱਗਦੀ ਸੀ। ਜੱਜ ਕਮਰੇ 'ਚ ਏਸੀ ਚਲਾ ਕੇ ਸੁੱਤਾ ਸੀ। ਵੈਸੇ ਉਹਨੂੰ ਵਰਾਂਡੇ 'ਚ ਮੱਛਰਦਾਨੀ ਲਾ ਕੇ ਸੌਣਾ ਪਸੰਦ ਸੀ, ਪਰ ਜਿਵੇਂ ਉਹਨੂੰ ਕਮਰੇ ਦੀਆਂ ਚਾਰੇ ਕੰਧਾਂ ਦੀ ਓਟ ਦੀ ਜ਼ਰੂਰਤ ਸੀ। ਕੋਈ ਪਾਸਾ ਵੀ ਨੰਗਾ ਨਹੀਂ ਰਹਿਣਾ ਚਾਹੁੰਦਾ ਸੀ। ਬਾਹਰ ਦੀ ਹਵਾ ਵੀ ਉਹਨੂੰ ਲੱਗਣੀ ਨਹੀਂ ਚਾਹੀਦੀ ਸੀ। ਹਵਾ ਨਾਲ ਹਿਲਦੇ ਪੱਤੇ ਦੀ ਆਵਾਜ਼ ਵੀ ਸੁਣਾਈ ਨਹੀਂ ਦੇਣੀ ਚਾਹੁੰਦੀ ਸੀ। ਉਹ ਘੂਕ ਸੁੱਤਾ ਸੀ, ਫਿਰ ਉੱਠ ਕੇ ਬੈਠ ਗਿਆ। ਉਹਦੇ ਬੰਦ ਦਰਵਾਜ਼ੇ 'ਤੇ ਕੋਈ ਦਸਤਕ ਦੇ ਰਿਹਾ ਸੀ ਤੇ ਦਸਤਕ ਪਲ ਪਲ ਤੇਜ਼ ਹੁੰਦੀ ਜਾ ਰਹੀ ਸੀ। ਉਹ ਗਹਿਰੀ ਨੀਂਦਰ ਦੀ ਬੁੱਕਲ 'ਚੋਂ ਬਾਹਰ ਨਹੀਂ ਆਉਣਾ ਚਾਹੁੰਦਾ ਸੀ। ਅਖੀਰ ਉਹ ਉੱਠਿਆ, ਦਰਵਾਜ਼ਾ ਖੋਲ੍ਹਿਆ। ਸਾਹਮਣੇ ਗੁਰਮੁਖ ਸਿੰਘ ਖੜਾ ਸੀ। ਉਹ ਮੁਸਕਰਾ ਰਿਹਾ ਸੀ। ਫਿਰ ਜੱਜ ਨੇ ਅੱਖਾਂ ਮਲੀਆਂ। ਗੁਰਮੁਖ ਸਿੰਘ ਦਾ ਝੋਲਾ ਪਿਆ ਸੀ। ਉਹ ਤਾਂ ਸੰਤੋਖ ਸਿੰਘ ਸੀ, ਪਰ ਸੰਤੋਖ ਸਿੰਘ ਦੀ ਦਾੜੀ ਤਾਂ ਸਫੈਦ ਸੀ ਔਰ ਇਹ ਤਾਂ ਸਿਆਹ ਕਾਲੀ ਸੀ, ਲੰਮੀ ਵੀ ਸੀ, ਪਰ ਜਿਵੇਂ ਰੇਸ਼ਮ ਸੀ। ਹਲਕੀ ਹਵਾ 'ਚ ਲਹਿਰਾ ਰਹੀ ਦਾੜੀ। ਚਿਹਰਾ ਚੰਦ ਸੀ, ਨਹੀਂ ਸੂਰਜ ਸੀ, ਜਿਸ 'ਚੋਂ ਲੱਖਾਂ ਰਿਸ਼ਮਾਂ ਨਿਕਲ ਰਹੀਆਂ ਸਨ, ਪਰ ਰਿਸ਼ਮਾਂ 'ਚ ਗਰਮੀ ਨਹੀਂ ਸੀ, ਸਰਦੀ ਨਹੀਂ ਸੀ, ਸੁੱਖ ਦਾ ਆਨੰਦ ਸੀ। ਗੁਰਮੁਖ ਨਹੀਂ, ਸੰਤੋਖ ਸਿੰਘ ਦਾ ਆਕਾਰ ਦਰਵਾਜ਼ੇ 'ਤੇ ਨਹੀਂ, ਆਕਾਸ਼ 'ਚ ਖੜਾ ਸੀ, ਮੁਸਕਰਾ ਰਿਹਾ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕਰ ਰਿਹਾ ਸੀ। ਕਰਮ ਕਰੋ, ਕਰਮ ਹੀ ਸਤ ਹੈ, ਕਰਮ ਹੀ ਮੁਕਤੀ ਹੈ। ਗੁਰਮੁਖ ਸਿੰਘ ਸੱਚ ਹੈ, सच ईश्वर है। तुम कर्म करो, डरो नहीं, डरो नहीं, कर्म सच का गुण है। कोई आकार चला गया, एक बिजली चमकी, एक आवाज़ गूंजी, पता नहीं की रोशन रोशन आकाश वाल चला गया, अभेद हो गया। जज ने बत्ती जगाई हुई सी। वो डौर भौर जिहा सारे पासे तक रहा सी। वो तो कमरे विच ही सी। उन्हें कोई सुपना देखिया सी, पर यह सुपना नहीं सी, ये तो कोई दृष्टांत सी। ਉਹਦਾ मन सोचण लग पिया। जज बाथरूम 'ਚ ਗਿਆ, ਮੂੰਹ ਹੱਥ ਧੋਤਾ। ਈਸ਼ਵਰ ਈਸ਼ਵਰ ਹਰੇ ਹਰੇ, ਰਾਮ ਰਾਮ, ਹਰੇ ਕ੍ਰਿਸ਼ਨਾ ਹਰੇ ਹਰੇ ਕਰਦਾ ਬਾਹਰ ਆਇਆ। ਉਹਨੇ ਦਰਵਾਜ਼ਾ ਖੋਲ੍ਹਿਆ ਜਿਹੜਾ ਅੰਦਰੋਂ ਬੰਦ ਸੀ। ਉਹਨੇ ਇੱਕ ਪਲ ਸੋਚਿਆ, ਉਹਨੂੰ ਲੱਗਿਆ ਉਹਨੇ ਤਾਂ ਦਰਵਾਜ਼ਾ ਅੰਦਰੋਂ ਖੋਲ੍ਹਿਆ ਸੀ। ਫਿਰ ਉਹਨੇ ਸੋਚਣਾ ਬੰਦ ਕਰਤਾ ਤੇ ਹੱਥ 'ਚ ਫੜੀ ਛੜੀ ਫੜ ਕੇ ਬਾਹਰ ਘੁੰਮਣ ਚਲਾ ਗਿਆ। ਸਵੇਰ ਸੀ, ਪਰ ਵੱਡੀ ਸਵੇਰ ਚੜ੍ਹਦੇ ਵੱਲ ਜ਼ਰੂਰ ਤਾਰਿਆਂ ਦੇ ਮੂੰਹ 'ਤੇ ਪਾਊਡਰ ਵਰਗਾ ਉਜਾਲਾ ਫਿਰ ਗਿਆ ਸੀ। ਸਾਰੇ ਪਾਸੇ ਕਾਲਾ ਹੀ ਕਾਲਾ ਸੀ। ਚੁੱਪ ਹੀ ਚੁੱਪ ਸੀ। ਸੜਕ ਚੁੱਪ ਸੀ, ਚੌਗਿਰਦਾ ਚੁੱਪ ਸੀ। ਉਹ ਅੱਗੇ ਗੰਗਾ ਘਾਟ 'ਤੇ ਪਹੁੰਚ ਗਿਆ ਸੀ। ਗੰਗਾ ਘਾਟ ਚੁੱਪ ਸੀ, ਪਾਣੀ ਚੁੱਪ ਸੀ। ਉਹਦੀ ਛਿੱਟੀ ਦਾ ਨੁੱਗਾ ਪੱਥਰ ਨਾਲ ਟਕਰਾਉਂਦਾ ਸੀ ਤਾਂ ਆਵਾਜ਼ ਆਉਂਦੀ ਸੀ। ਉਹ ਗੰਗਾ ਘਾਟ 'ਤੇ ਕਾਫੀ ਦੇਰ ਤੱਕ ਬੈਠਾ ਰਿਹਾ, ਫਿਰ ਘਰ ਪਰਤ ਆਇਆ। ਗੇਟ ਖੁੱਲ੍ਹਾ ਸੀ। ਕੋਠੀ ਦਾ ਅਗਲਾ ਦਰਵਾਜ਼ਾ ਖੁੱਲ੍ਹਾ ਸੀ। ਉਹਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਬੱਤੀ ਜਗ ਰਹੀ ਸੀ। ਕੋਠੀ ਦੇ ਨੌਕਰ ਚਾਕਰ ਸੁੱਤੇ ਸਨ। ਉਹਦਾ ਕੁੱਤਾ ਸੀ ਜਿਹੜਾ ਜਾਗਦਾ ਸੀ ਪਰ ਚੁੱਪ ਸੀ। ਫਿਰ ਉਹ ਲੇਟ ਗਿਆ। ਜਿਵੇਂ ਸਵੇਰ ਸਵੇਰ ਗੰਗਾ ਘਾਟ 'ਤੇ ਜਾਣ ਕਰਕੇ ਉਹਨੂੰ ਥਕਾਨ ਹੋ ਗਈ ਸੀ। ਉਹਦਾ ਸਰੀਰ ਇੱਕ ਤਰ੍ਹਾਂ ਚੂਰ ਹੋ ਗਿਆ ਸੀ। ਉਹ ਅਗਲੇ ਹੀ ਪਲ ਨੀਂਦਰ ਦੀ ਲਪੇਟ ਸੀ, ਕੁਰਾੜੇ ਮਾਰ ਰਿਹਾ ਸੀ। ਜਾਗ ਖੁੱਲ੍ਹੀ ਤਾਂ ਗੋਡੇ ਜਿੱਡਾ ਦਿਨ ਚੜ੍ਹ ਆਇਆ ਸੀ। ਉਹਦਾ ਦਰਵਾਜ਼ਾ ਅੰਦਰੋਂ ਬੰਦ ਸੀ। ਉਹ ਰਾਤ ਭਰ ਦੇ ਸਫ਼ਰ ਬਾਰੇ ਸੋਚਣ ਲੱਗ ਪਿਆ ਸੀ। ਅਦਾਲਤ ਲੱਗੀ ਹੋਈ ਸੀ। ਨੈਕਸਟ। ਗੁਰਮੁਖ ਸਿੰਘ ਹੱਥ ਜੋੜ ਕੇ ਸਾਹਮਣੇ ਖੜਾ ਸੀ। ਜੱਜ ਕੁਰਸੀ 'ਚ ਬੈਠਾ ਸੀ। ਉਹ ਕਾਲਾ ਕੋਟ ਤੇ ਕਾਲਾ ਗਾਊਨ ਪਾ ਕੇ ਆਇਆ ਸੀ। ਉਹ ਗੁਰਮੁਖ ਸਿੰਘ ਵੱਲ ਤੱਕ ਨਹੀਂ ਰਿਹਾ ਸੀ। ਸ਼ਾਇਦ ਨਾ ਤੱਕਣ ਦਾ ਬਹਾਨਾ ਕਰ ਰਿਹਾ ਸੀ, ਜਾਂ ਤੱਕਣ ਦੀ ਹਿੰਮਤ ਨਹੀਂ ਸੀ। ਅੱਖ ਬਚਾ ਰਿਹਾ ਲੱਗਦਾ ਸੀ। गुरमुख सिंह दा पीपी ने बयान शुरू करवाया। आपने 4 बंदों का कत्ल किया। कत्ल नहीं, सौदा। सौदा मतलब हुंदा ठीक करना, किसी नूं समझा देना। अच्छा, सो आपने उनको तलवार से काटा। सौदा। आपने उनको सौदा। आपकी उनके साथ क्या दुश्मनी थी? गुरु का हुक्म है गऊ की रक्षा करना। ਸਿੰਘਾਂ ਨੇ ਇਸ ਤਰ੍ਹਾਂ ਦੀਆਂ ਹਜ਼ਾਰਾਂ ਗਊਆਂ ਹਜ਼ਾਰਾਂ ਤੁਰਕਾਂ ਦੇ ਕਬਜ਼ੇ 'ਚੋਂ ਰਿਹਾ ਕਰਵਾਈਆਂ ਸਨ। ਇਹ ਤਾਂ 4 ਹੀ ਤੁਰਕ ਸਨ। ਤੁਰਕ मतलब मुसलमान। आप पर भी उन्होंने हमला किया? ਕੀਤਾ। ਸਿੰਘਾਂ ਦਾ ਬਾਣਾ ਚੀਰਿਆ ਗਿਆ ਔਰ ਬਾਂਹ ਵੀ ਚੀਰ ਦਿੱਤੀ। ਫਿਰ क्या हुआ? ਸਿੰਘਾਂ ਨੇ ਸਤਨਾਮ ਵਾਹਿਗੁਰੂ ਬੋਲ ਕੇ ਸ੍ਰੀ ਸਾਹਿਬ ਕੱਢੀ ਤੇ 4 ਦੀ ਧੁਰ ਦੀ ਟਿਕਟ ਕੱਟ ਦਿੱਤੀ।
दिन चढ़ गया। ਭੂਤਨੀ ਸਟੇਸ਼ਨ ਤੇ ਰੁਕ ਗਈ ਤੇ ਫੌਜਾਂ, ਭੂਤਨੀ ਮਤਲਬ ਰੇਲ, ਟ੍ਰੇਨ, ਤੇ ਫੌਜਾਂ ਨੇ ਉਤਰ ਕੇ ਸਟੇਸ਼ਨ ਵਾਲੇ ਬਾਬੂ ਨੂੰ ਸਾਰੀ ਕਹਾਣੀ ਸੁਣਾਤੀ। ਫੌਜਾਂ ਉਹ ਆਪਣੇ ਆਪ ਨੂੰ ਫੌਜ ਕਹਿ ਰਿਹਾ। ਫਿਰ ਪੁਲਿਸ ਆ ਗਈ। ਪੁਲਿਸ ਨੇ ਫੌਜਾਂ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਨੱਸਣ ਦੀ ਕੋਸ਼ਿਸ਼ ਕੀਤੀ? ਨੱਸਦੇ ਡਰਪੋਕ ਹੁੰਦੇ ਐ। ਗੁਰੂ ਕਾ ਸਿੰਘ ਕਦੇ ਨੱਸਦਾ ਨਹੀਂ। ਫੌਜਾਂ ਸ਼ੇਰ ਦੀ ਤਰ੍ਹਾਂ ਮੈਦਾਨ 'ਚ ਖੜੀਆਂ ਗੂੰਜਦੀਆਂ ਗੱਜਦੀਆਂ ਰਹੀਆਂ। ਸੂਰਮਗਤੀ ਦਾ ਕੰਮ ਕੀਤਾ ਸੀ, ਕੋਈ ਗਦੀ ਤਾਂ ਨਹੀਂ ਚੁੰਗੀ ਸੀ। ਮਾਈ ਲਾਰਡ, ਬਿਆਨ मुकम्मल है। दोषी ने बगैर किसी दुश्मनी दे 4 बंदे अपनी तेज तलवार से कत्ल किए और उनके शरीर कीमा कर दिए। इसलिए दफ़ा 302 ताज़ीरात हिंद के मुताबिक गुरमुख सिंह वल्द कृपाल सिंह को सजाए मौत दी जाए। ते पी बैठ गया, उन्हें सुख का साह लिया सी। माई लॉर्ड, गुरमुख सिंह दिमागी तौर पर ठीक नहीं है, इसलिए मैं अदालत से रिक्वेस्ट करूँगा कि उसके कन्फेशन नुमा बयान को रद्द कर दिया जाए तो उसको मेंटल हस्पताल में 6 महीने के लिए रखा जाए। जब वो दिमागी तौर पर ठीक हो जाए तब मुकदमा चलाया जाए। नागेश वकील ने खड़े होकर अदालत के सामने बेनती की थी। जज चुप सी, सारी अदालत चुप सी, गुरमुख सिंह चुप सी, सतवंत चुप सी, उहदियां अखां दे हंझू चुप सन। संतोख सिंह चुपचाप पाठ कर रहा सी। आप कैसे कहते हैं कि सिख दिमागी तौर पर ठीक नहीं? थोड़ी देर मगरों जज ने पूछा। चुप तोड़ी। इसलिए माई लॉर्ड के कोई भी दोषी इस तरह अदालत में आकर कन्फेशन नहीं करता, अदालत के सामने इस तरह दोष कबूल नहीं करता। फांसी मौत है तो मौत के सामने बड़े बड़े कमज़ोर पड़ जाते हैं। सिख दा पिछोकड़ देखो, इनका तो इतिहास है कि ये कभी मौत से डरे नहीं। सिख कभी झूठ नहीं बोलते, इनका ईश्वर सदा इनके साथ होता है। जा कहो ईश्वर को ये लोग हमेशा अंग संग महसूस करते हैं। अगर तो आप मौत की बात करते हैं, जब मौत के डर की बात करते हैं तो ये आदमी बिल्कुल ठीक है। अगर कोई और बात है तो अदालत के सामने लाइए। चुप। थोड़ी देर जज सोचता रहा, फिर अगले हफ्ते जजमेंट देने की तारीख बोल के उठ गया। अदालत बर्खास्त हुई, भीड़ बाहर तुर गई। भीड़ चुप सी, सतवंत चुप सी, संतोख सिंह चुप सी। लगता है रब चुप सी, पर गुरमुख सिंह मूँह 'ਚ शब्द गा रहा सी। ਉਹਦਾ ਚਿਹਰਾ ਹੱਸ ਰਿਹਾ ਸੀ, ਉਦਾਸੀ ਉਹਦੇ ਦੂਰ ਨੇੜੇ ਵੀ ਨਹੀਂ ਸੀ। ਸਤਵੰਤ ਬਹੁਤ ਉਦਾਸ ਸੀ। ਸੰਤੋਖ ਸਿੰਘ ਉਦਾਸ ਨਹੀਂ, ਪਰ ਚੁੱਪ ਸੀ। ਕੋਈ ਪਾਠ ਜਾਂ ਕੋਈ ਖਿਆਲ ਉਹਦੇ ਦਿਮਾਗ 'ਚ ਘੁਸ ਨਹੀਂ ਰਿਹਾ ਸੀ। ਕੀ ਹੋਏਗਾ? ਸਤਵੰਤ ਨਾ ਚਾਹੁੰਦੀ ਵੀ ਨਾਗੇਸ਼ ਨੂੰ ਪੁੱਛ ਰਹੀ ਸੀ। फांसी लगेगी, इसको तो ऊपर वाला भी नहीं बचा सकता। मैं सच कहता हूँ, ये सरासर पागल है। ਨਗੇਸ਼ ਇੱਕ ਤਰ੍ਹਾਂ ਬੁਖਲਾਇਆ ਹੋਇਆ ਸੀ। ਗੁੱਸੇ ਨਾਲ ਉਹਦਾ ਮੂੰਹ ਸੁੱਕ ਰਿਹਾ ਸੀ ਤੇ ਝੱਗਨੁਮਾ ਥੁੱਕ ਡਿੱਗਦਾ ਸੀ। ਨਾਗੇਸ਼ ਗੁੱਸੇ 'ਚ ਭੁੱਲ ਹੀ ਗਿਆ ਸੀ ਕਿ ਉਹਨੂੰ ਇਸ ਤਰ੍ਹਾਂ ਦੀ ਸਖਤ ਗੱਲ ਸਤਵੰਤ ਦੇ ਸਾਹਮਣੇ ਨਹੀਂ ਕਰਨੀ ਚਾਹੀਦੀ ਸੀ। ਸਤਵੰਤ ਨੂੰ ਤਾਂ ਸਾਹ ਹੀ ਗੁਰਮੁਖ ਸਿੰਘ ਰਾਹੀਂ ਆਉਂਦੇ ਸੀ। ਗੁਰਮੁਖ ਸਿੰਘ ਦੀ ਮੌਤ ਦੀ ਗੱਲ, ਫਾਂਸੀ ਦੀ ਗੱਲ ਉਹਦੇ ਕੰਨ ਵੀ ਨਹੀਂ ਸੁਣ ਸਕਦੇ ਸੀ। ਵਕੀਲ ਦੇ ਸ਼ਬਦ ਸਤਵੰਤ ਦੇ ਕਲੇਜੇ 'ਚ ਖੁੱਭ ਗਏ। ਉਹਦੀ ਸੁੱਧ ਬੁੱਧ ਚਲੀ ਗਈ, ਉਹਦੇ ਹੋਸ਼ ਗੁੰਮ ਹੋ ਗਏ। ਕਲੇਜਾ ਫੜ ਕੇ ਪੈਰਾਂ 'ਤੇ ਹੀ ਬੈਠ ਗਏ। ਸੰਤੋਖ ਸਿੰਘ ਨੇ ਉਹਨੂੰ ਸੰਭਾਲਿਆ, ਦੌੜ ਕੇ ਪਾਣੀ ਦਾ ਗਲਾਸ ਲਿਆਂਦਾ। ਸਵੇਰ ਸਾਰ ਸੰਤੋਖ ਸਿੰਘ ਦੇ ਢਾਬੇ 'ਤੇ ਚਾਚੀ ਪਹੁੰਚ ਗਈ, ਗੁਰਮੁਖ ਸਿੰਘ ਨੂੰ ਪਾਲਣ ਵਾਲੀ ਮਾਂ। ਕਿਹਨੂੰ ਮਿਲਣਾ ਮਾਤਾ? ਸੰਤੋਖ ਸਿੰਘ ਨੇ ਪੁੱਛਿਆ। ਭਾਈ, ਮੈਂ ਗੁਰਮੁਖ ਸਿੰਘ ਨਿਹੰਗ ਦੀ ਮਾਂ ਹਾਂ। ਧੰਨ ਭਾਗ, ਧੰਨ ਭਾਗ। ਸੰਤੋਖ ਸਿੰਘ ਨੇ ਮਾਤਾ ਦੇ ਪੈਰੀਂ ਹੱਥ ਲਾਇਆ। ਸੰਤੋਖ ਸਿੰਘ ਖੁਦ ਬਜ਼ੁਰਗ ਸੀ, ਪਰ ਉਸ ਬਜ਼ੁਰਗ ਔਰਤ ਨੂੰ ਮਾਤਾ ਹੀ ਕਿਹਾ ਕਰਦਾ ਸੀ। ਅੰਦਰੋਂ ਸਤਵੰਤ ਦੌੜ ਕੇ ਆਈ ਤੇ ਮਾਤਾ ਦੇ ਕਦਮਾਂ 'ਤੇ ਬੈਠ ਗਈ। ਉਹਦੀਆਂ ਅੱਖਾਂ ਬੱਦਲ ਵਾਂਗ ਵਰ ਰਹੀਆਂ ਸਨ। ਮਾਤਾ ਖੁਦ ਰੋਣਾ ਭੁੱਲ ਕੇ ਧੀ ਧਿਆਣੀ ਦੇ ਹੰਝੂ ਪੂੰਝਣ ਲੱਗ ਪਈ, ਦਿਲਾਸਾ ਦੇਣ ਲੱਗ ਪਈ। ਨਹੀਂ ਜਾਣਦੀ ਸੀ ਉਹ ਕੌਣ ਸੀ, ਕੀ ਰਿਸ਼ਤਾ ਸੀ, ਕਿਉਂ ਰੋ ਰਹੀ ਸੀ, ਪਰ ਅੰਤਰ ਆਤਮਾ ਦਾ ਰਿਸ਼ਤਾ ਜੁੜਿਆ ਲੱਗਦਾ ਸੀ। ਬਹੁਤ ਦੇਰ ਮਗਰੋਂ ਸਤਵੰਤ ਨੇ ਧੀਰਜ ਧਰਿਆ ਸੀ। ਹੰਝੂ ਰੁਕੇ ਸਨ, ਮਾਂ ਦੀਆਂ ਬਾਹਾਂ 'ਚੋਂ ਨਿੱਘ ਮਿਲਿਆ ਸੀ। ਇਸ ਤਰ੍ਹਾਂ ਜਿਵੇਂ ਸਤਵੰਤ ਉਸ ਮਾਂ ਨੂੰ ਜਨਮਾਂ ਤੋਂ ਜਾਣਦੀ ਸੀ। ਤੁਸੀਂ ਮਾਤਾ ਇੱਥੇ ਕਿਵੇਂ ਪਹੁੰਚੇ? ਸੰਤੋਖ ਸਿੰਘ ਨੇ ਪੁੱਛਿਆ। ਇਹ ਤਾਂ ਭਾਈ ਪਤਾ ਨਹੀਂ ਕਿਸ ਨੇ ਰਾਹ ਦਿਖਾਇਆ। ਮੈਨੂੰ ਲੱਗਿਆ ਮੇਰਾ ਗੁਰਮੁਖ ਮੁਸ਼ਕਿਲ 'ਚ ਹੈ, ਪਰ ਉਹ ਭਾਈ ਮੁਸ਼ਕਿਲ 'ਚ ਨਹੀਂ ਹੋ ਸਕਦਾ। ਉਹ ਤਾਂ ਗੁਰਾਂ ਦਾ ਸਿੱਖ ਹੈ ਤੇ ਮੈਂ ਉਹਨੂੰ ਭਾਲਦੀ ਹਜ਼ੂਰ ਸਾਹਿਬ ਪਹੁੰਚੀ। ਉੱਥੋਂ ਦੱਸ ਪੈਂਦੀ ਮੈਂ ਖੁਰਾ ਖੋਜ ਲੱਭਦੀ ਇੱਥੇ ਪਹੁੰਚ ਗਈ। ਦਿਓ ਗੱਲ ਮੇਰੇ ਗੁਰਮੁਖ ਦੀ, ਮੈਂ ਉਹਦੀ ਰੂਹ ਦੇ ਦਰਸ਼ਨ ਕਦੋਂ ਪਾ ਸਕਦੀ ਹਾਂ?
ਦਿਨੇ ਦਰਸ਼ਨ ਕਰਾਂਗੇ ਮਾਤਾ ਜੀ, ਸੱਚੀ ਮਿਲਾਏਂਗੀ ਨਾ ਧੀਏ? ਹਾਂ ਮੰਮੀ। ਸਤਵੰਤ ਦਾ ਚਿਹਰਾ ਗੰਢੇ ਦੀ ਭੂਖ ਵਾਂਗ ਪੀਲਾ ਪੀਲਾ ਲੱਗ ਰਿਹਾ ਸੀ। ਅੱਖਾਂ ਰੋ ਕੇ ਸੁੱਜੀਆਂ ਲੱਗ ਰਹੀਆਂ ਸੀ। ਧੀਏ ਇੱਕ ਗੱਲ ਪੁੱਛਾਂ? ਸਤਵੰਤ ਨੇ ਅੱਖਾਂ ਰਾਹੀਂ ਪੁੱਛੋ ਕਿਹਾ। ਗੁਰਮੁਖ ਨੇ ਕੋਈ ਖੂਨ ਕੀਤਾ? ਚੁੱਪ। ਮੈਨੂੰ ਹਜ਼ੂਰ ਸਾਹਿਬ ਕਿਸੇ ਨੇ ਚੰਦਰੀ ਖਬਰ ਦਿੱਤੀ। ਚੁੱਪ। ਤਾਂ ਕੀ ਖਬਰ ਸੱਚੀ ਹੈ? ਸਤਵੰਤ ਰੋਂਦੀ ਜਾ ਰਹੀ ਸੀ। ਰੋਣ ਹਿਚਕੀ ਲੱਗ ਗਈ ਸੀ। ਉਸ ਤੋਂ ਗੱਲ ਨਹੀਂ ਹੋ ਰਹੀ ਸੀ। ਤੂੰ ਗੁਰਮੁਖ ਦੀ ਕੀ ਲੱਗਦੀ ਹੈ? ਮੈਂ ਉਹਨਾਂ ਦੀ ਧਰਮ ਪਤਨੀ ਹਾਂ। ਮਾਂ ਤੱਕਦੀ ਰਹੀ, ਗੌਰ ਨਾਲ ਤੱਕਦੀ ਰਹੀ। ਵਿਆਹ ਕਦੋਂ ਕੀਤਾ ਗੁਰਮੁਖ ਨੇ? ਤਾਂ ਚਿੱਠੀ ਵੀ ਨਹੀਂ ਪਾਈ। ਮੈਥੋਂ ਤਾਂ ਉਹ ਕਦੇ ਕੋਈ ਵੀ ਗੱਲ ਨਹੀਂ ਛੁਪਾਉਂਦਾ। ਉਹ ਨਹੀਂ ਜਾਣਦੇ ਮੈਂ ਉਹਨਾਂ ਦੀ ਧਰਮ ਪਤਨੀ ਹਾਂ। ਭਾਈ ਬੁਝਾਰਤਾਂ ਨਾ ਪਾ, ਮੈਂ ਕਮਲੇ ਦੀ ਮਾਂ ਹਾਂ, ਮੈਨੂੰ ਪੂਰੀ ਗੱਲ ਦੱਸ। ਸਤਵੰਤ ਨੇ ਸਾਰੀ ਗਾਥਾ ਸੁਣਾਈ। ਮਾਂ ਸੁਣਦੀ ਰਹੀ, ਸੋਚਦੀ ਰਹੀ। ਮਾਂ ਨੇ ਧੀ ਵਰਗੀ ਸਤਵੰਤ ਨੂੰ ਗਲ ਲਾਇਆ ਸੀ, ਬਹੁਤ ਪਿਆਰ ਕੀਤਾ। ਮੁਕੱਦਮੇ ਦਾ ਫੈਸਲਾ ਕਦੋਂ ਹੈ? ਕੱਲ੍ਹ। ਤੇ ਹੁਬਕੀਆਂ ਭਰ ਭਰ ਰੋਣ ਲੱਗ ਪਈ, ਜਿਵੇਂ ਮੁਕੱਦਮੇ ਦਾ ਫੈਸਲਾ ਹੋ ਗਿਆ ਸੀ, ਗੁਰਮੁਖ ਸਿੰਘ ਨੂੰ ਫਾਂਸੀ ਦਾ ਹੁਕਮ ਹੋ ਗਿਆ ਸੀ। ਰੋਇਆਂ ਰੱਬ ਨਹੀਂ ਰਿੱਝਦਾ। ਹੌਸਲਾ ਕਰਦੀ ਏ, ਜੋ ਭਾਗਾਂ 'ਚ ਹੋਏਗਾ ਦੇਖਿਆ ਜਾਏਗਾ। ਸਤਵੰਤ ਰੋਂਦੀ ਰਹੀ। ਮਾਂ ਉਹਦੇ ਹੰਝੂ ਪੂੰਝਦੀ ਰਹੀ। ਦਿਨ ਸਿਖਰ ਆਉਂਦਾ ਰਿਹਾ। ਆਪਾਂ ਅੱਜ ਗੁਰਮੁਖ ਸਿੰਘ ਨੂੰ ਨਹੀਂ ਮਿਲਦੇ, ਮਾਂ ਨੇ ਕਿਹਾ। ਫੈਸਲੇ ਮਗਰੋਂ ਹੀ ਮਿਲਾਂਗੇ। ਮਾਂ ਨੇ ਵਾਕ ਪੂਰਾ ਕੀਤਾ। ਉਹ ਸੋਚਦੀ ਬੋਲ ਰਹੀ ਸੀ। ਮਾਂ ਬੜੀ ਸੁਘੜ ਔਰਤ ਸੀ। ਨੈਕਸਟ। ਬੜੀ ਦੇਰ ਤੱਕ ਜੱਜ ਬੈਠਾ ਰਿਹਾ, ਖਾਲੀ ਬੈਠਾ ਰਿਹਾ। ਰਾਤ ਤੁਰਦੀ ਰਹੀ। ਉਹ ਕਦੇ ਕਦੇ ਘਾਹ ਉੱਪਰ ਤੁਰਦਾ ਸੀ। ਉਹਦੇ ਅੰਦਰ ਕੋਈ ਬੇਚੈਨੀ ਸੀ, ਕੋਈ ਝੱਖੜ ਸੀ। DIG ਸਾਹਿਬ ਆਏ, ਚਾਹ ਪੀ ਕੇ ਚਲੇ ਗਏ। ਪੰਜਾਬ ਅੰਦਰ ਹਾਲਾਤ ਠੀਕ ਨਹੀਂ ਸਨ, ਜਿਨ੍ਹਾਂ ਦਾ ਸਾਰੇ ਦੇਸ਼ ਦੇ ਜੀਵਨ 'ਤੇ ਅਸਰ ਸੀ, ਸਗੋਂ ਸਾਰੀ ਦੁਨੀਆ ਦੀ ਹੀ ਸ਼ਾਂਤੀ ਭੰਗ ਸੀ। ਇਸ ਤਰ੍ਹਾਂ ਲੱਗਦਾ ਸੀ ਪੰਜਾਬ ਦੇ ਹਾਲਾਤ ਸਰਕਾਰ ਦੇ ਕਾਬੂ ਤੋਂ ਬਾਹਰ ਸਨ। ਸਰਕਾਰ ਵਾਹ ਲਾ ਚੁੱਕੀ ਸੀ ਤੇ ਹੁਣ ਮਰਜ਼ੀ ਦੀ ਹੀ ਸਰਕਾਰ ਚੱਲ ਰਹੀ ਸੀ। ਪੰਜਾਬੀਆਂ ਦਾ ਮਹਾਰਾਸ਼ਟਰਾ ਨਾਲ ਸਿੱਧਾ ਤਾਲਮੇਲ ਸੀ। ਹਜ਼ੂਰ ਸਾਹਿਬ ਆਮ ਸਿੱਖ ਪਹੁੰਚਦੇ ਸਨ, ਜਿਨ੍ਹਾਂ 'ਚ ਚੰਗੇ ਮਾੜੇ ਵੀ ਹੁੰਦੇ ਸਨ। ਬੰਬਈ ਹਰ ਕਿਸਮ ਦੇ ਲੋਕਾਂ ਦਾ ਘਰ ਹੈ। ਇੱਕ ਮਹਾਨਗਰੀ ਹੈ ਜਿੱਥੇ ਹਰ ਚੰਗਾ ਬੁਰਾ ਸਮਾ ਜਾਂਦਾ ਹੈ। ਇੱਕ ਸਮੁੰਦਰ ਹੈ ਜਿਸ 'ਚ ਚੁੱਪੀ ਮਾਰ ਜਾਂਦਾ ਹੈ ਤੇ ਵਸ ਲੱਗਦੀ ਘੱਟ ਹੀ ਲੱਭਦਾ ਹੈ। ਵੈਸੇ ਬੰਬਈ ਦੀ ਪੁਲਿਸ ਵੀ ਯਮਰਾਜ ਵਰਗੀ ਹੈ, ਜਿਹਨੂੰ ਜਦ ਚਾਹੇ ਪਤਾਲ 'ਚੋਂ ਵੀ ਲੱਭ ਲਿਆਉਂਦੀ ਹੈ। DIG ਪਰੇਸ਼ਾਨ ਸੀ। ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦਰ ਉੱਡ ਗਈ ਸੀ। ਸੱਚੇ ਤੇ ਚੰਗੇ ਪੁਲਿਸ ਅਫਸਰ ਵਿਗੜਦੇ ਹਾਲਾਤ ਤੋਂ ਬਹੁਤ ਪਰੇਸ਼ਾਨ ਸਨ। ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹ ਚਲਾ ਗਿਆ ਸੀ। ਉਹਦਾ ਨਾਂ ਦਿਲ ਕੀਤਾ, ਨਾ ਹਿੰਮਤ ਪਈ ਕਿ ਜੱਜ ਨਾਲ ਗੁਰਮੁਖ ਸਿੰਘ ਦੀ ਕੋਈ ਵੀ ਚਰਚਾ ਕਰੇ। ਜਿਵੇਂ ਆਇਆ ਉਵੇਂ ਤੁਰ ਗਿਆ ਸੀ। ਚਾਹ ਵੀ ਨਹੀਂ ਪੀਤੀ ਸੀ। ਜੱਜ ਦੇ ਪੈਰਾਂ ਥੱਲੇ ਅੱਗ ਮੱਚ ਰਹੀ ਸੀ। ਦਿਮਾਗ 'ਚ ਕੋਈ ਤੂਫਾਨ ਚੱਲ ਰਿਹਾ ਸੀ। ਉਹ ਬਹੁਤ ਤੇਜ਼ੀ ਨਾਲ ਘੁੰਮ ਰਿਹਾ ਸੀ। ਉਹਨੂੰ ਨਾ ਭੁੱਖ ਸੀ, ਨਾ ਪਿਆਸ, ਨੀਂਦਰ ਸੀ, ਨਾ ਥਕਾਨ। ਬਸ ਉਹ ਆਪਣੇ ਆਪ ਨਾਲ ਗੱਲਾਂ ਕਰਦਾ ਘੁੰਮ ਰਿਹਾ ਸੀ। ਰਾਤ ਢਲ ਚੱਲੀ ਸੀ। 2 ਵਾਰ ਨੌਕਰਾਂ ਨੇ ਖਾਣਾ ਗਰਮ ਕਰਕੇ ਰੱਖਿਆ ਸੀ, ਪਰ ਜੱਜ ਨੂੰ ਖਾਣੇ ਦੀ ਸੁਰਤ ਨਹੀਂ ਸੀ। ਉਹਨੂੰ ਪਤਾ ਵੀ ਨਹੀਂ ਲੱਗ ਰਿਹਾ ਸੀ ਕਿ ਉਹ ਖਿਝ ਖਿਝ ਕੇ ਗੱਲਾਂ ਕਰਦਾ ਜਾ ਰਿਹਾ ਸੀ। ਧੰਨਵਾਦ।